पंजाबी खबरनामा देख रहे सारे दर्शकों ਨੂੰ प्यार भरी सत श्री अकाल ਦੀਆਂ ਵੱਡੀਆਂ ਖਬਰਾਂ। ਪੰਜਾਬ 'ਚ 15 ਸਾਲ ਪੁਰਾਣੀਆਂ ਬੱਸਾਂ ਨੂੰ ਲੈ ਕੇ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ। ਹੁਣ ਸੜਕਾਂ ਤੇ ਨਹੀਂ ਦੌੜਨਗੀਆਂ ਪੁਰਾਣੀਆਂ ਡੀਜ਼ਲ ਬੱਸਾਂ। ਮਾਨ ਸਰਕਾਰ ਵੱਲੋਂ ਪਾਸ ਕੀਤੇ ਗਏ 2 ਬਿੱਲ ਰਾਜਪਾਲ ਕੋਲ ਪਹੁੰਚੇ। ਹੁਣ ਰਾਜਪਾਲ ਉੱਤੇ ਟਿਕੀਆਂ ਸਭ ਦੀਆਂ ਨਜ਼ਰਾਂ। ਪੰਜਾਬ 'ਚ ਸਾਰੀਆਂ ਗੱਡੀਆਂ ਤੇ ਲਾਜ਼ਮੀ ਹੋਈ ਹਾਈ ਸਿਕਿਉਰਿਟੀ ਨੰਬਰ ਪਲੇਟ, ਨਹੀਂ ਤਾਂ 1 ਜੁਲਾਈ ਤੋਂ ਲੱਗੇਗਾ ਜੁਰਮਾਨਾ। ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਪੰਚਾਇਤੀ ਮੰਤਰੀ ਲਾਲਜੀਤ ਭੁੱਲਰ ਦੀ ਸਖਤ ਚੇਤਾਵਨੀ। ਕਿਹਾ ਛੱਡ ਦੇ ਨਾਜਾਇਜ਼ ਜ਼ਮੀਨਾਂ, नहीं तो होवेगा परचा ते खर्चा। सेहत मंत्री डॉक्टर बलबीर सिंह का वड्डा बयान। कहा हुण मान सरकार आम आदमी क्लीनिकां तो बाद हस्पतालों के विकास का करेगी काम। हुण खबरां विस्तार दे नाल। पंजाब सरकार ने 15 साल तो पुराने वाहनां अते बसां नूं लैके वड्डा फैसला लिता है। जानकारी अनुसार पंजाब विच 15 साल तो पुरानियां डीजल बसां नहीं चलणगीਆਂ। ट्रांसपोर्ट मंत्री लालजीत सिंह भुल्लर ने कहा कि पंजाब विच 15 साल पुरानियां डीजल ते ਚੱਲਣ ਵਾਲੀਆਂ बसां नहीं चलणगੀਆਂ। उन्होंने कहा कि यह नीति पंजाब विच वध रहे प्रदूषण कारण लिआंदी गई है। उन्होंने कहा कि 15 साल तो पुराने सारे सरकारी वाहन स्क्रैप लई भेजे जाणगे। पंजाब स्क्रैप पॉलिसी एजेंसी या भारत की कोई भी स्टेट एजेंसी जो चंगी कीमत दिंदी है उसनूं भेज दिता जाएगा। बीते दिन कैबिनेट मंत्री ने सकत्तर ट्रांसपोर्ट और डायरैक्टर स्टेट ट्रांसपोर्ट ਨੂੰ निर्देश दिते सन कि ਉਹ 15 ਸਾਲ ਦੀ ਹੱਦ ਪਾਰ ਕਰ ਚੁੱਕੀਆਂ ਸਰਕਾਰੀ ਬੱਸਾਂ ਨੂੰ ਸਕ੍ਰੈਪ ਕਰਨ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਤਾਂ ਜੋ ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਫਲੀਟ ਵਿੱਚ ਸ਼ਾਮਲ ਕੀਤਾ ਜਾ ਸਕੇ। ਇਸ ਦੇ ਲਈ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਈਵੀ ਖੇਤਰ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਨ ਤਾਂ ਕਿ ਇਸ ਖੇਤਰ ਵਿੱਚ ਨਵੀਂ ਤਕਨੀਕ ਆਉਣ ਦੇ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ। ਦੱਸਦੇ ਕਿ ਅਕਸਰ ਹੀ ਪੁਰਾਣੀਆਂ ਬੱਸਾਂ ਦੇ ਖਰਾਬ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਸਨ। ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਵੀ ਦਿੱਕਤ ਆਉਂਦੀ ਸੀ ਅਤੇ मान सरकार ने पंजाब विच 15 साल पुरानियां बसां नूं लैके वड्डा फैसला लिता है ਅਤੇ मान सरकार पुरानियां बसां दी थां ते नवीं इलैक्ट्रिक बसां अपनी फलीट विच शामिल करन जा रही है। पंजाब विधान सभा ਵੱਲੋਂ पास किए गए 4 बिल विचों 2 बिल राजपाल कोल पहुंच गए हैं। इन्हां विचों सिख गुरुद्वारा एक्ट सोध बिल 2023 ਅਤੇ पंजाब पुलिस एक्ट सोध बिल 2023 ਹੁਣ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਪਹੁੰਚ ਗਏ ਹਨ। ਹੁਣ ਸਵਾਲ ਇਹ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉਹਨਾਂ ਬਿੱਲਾਂ ਨੂੰ ਕਾਨੂੰਨੀ ਰੂਪ ਵਿੱਚ ਦੇਣ ਲਈ ਮਨਜ਼ੂਰੀ ਦੇਣਗੇ ਜਾਂ ਫਿਰ ਨਹੀਂ, ਕਿਉਂਕਿ ਸਿੱਖ ਗੁਰਦੁਆਰਾ ਐਕਟ 1925 ਵਿੱਚ ਪੰਜਾਬ ਸਰਕਾਰ ਨੇ ਸੋਧ ਕਰਕੇ ਇੱਕ ਨਵੀਂ ਧਾਰਾ 125A ਜੋੜ ਦਿੱਤੀ ਸੀ ਅਤੇ ਵਿਧਾਨ ਸਭਾ ਵਿੱਚ ਇਸ ਬਿੱਲ ਨੂੰ ਪਾਸ ਕਰ ਦਿੱਤਾ ਸੀ। ਸਿੱਖ ਗੁਰਦੁਆਰਾ ਐਕਟ ਵਿੱਚ ਕੀਤੇ ਗਏ ਸੋਧ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾਅਵਾ ਕਰਦੀ ਹੈ ਕਿ ਮਾਨ ਸਰਕਾਰ ਨੇ ਗੈਰ ਕਾਨੂੰਨੀ ਤਰੀਕੇ ਨਾਲ ਇਸ ਵਿੱਚ ਸੋਧ ਕੀਤੀ ਹੈ। ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਦਾ ਅਧਿਕਾਰ ਸਿਰਫ ਕੇਂਦਰ ਸਰਕਾਰ ਕੋਲ ਸੀ, ਪਰ ਮਾਨ ਸਰਕਾਰ ਨੇ ਇਸ ਬਿੱਲ ਨੂੰ ਧੱਕੇ ਨਾਲ ਸੋਧ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ 25 ਜੂਨ ਨੂੰ ਵਿਸ਼ੇਸ਼ ਇਜਲਾਸ ਸੱਦ ਕੇ ਸਰਕਾਰ ਦੇ ਐਕਟ ਵਿੱਚ ਕੀਤੀ ਸੋਧ ਨੂੰ ਖਾਰਜ ਕਰ ਦਿੱਤਾ ਸੀ ਅਤੇ ਮਤਾ ਪਾਸ ਕੀਤਾ ਸੀ ਕਿ ਅੱਗੇ ਤੋਂ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਦਾ ਹੱਕ ਨਾ ਤਾਂ ਕੇਂਦਰ ਸਰਕਾਰ ਕੋਲ ਰਹੇਗਾ ਅਤੇ ਨਾ ਹੀ ਪੰਜਾਬ ਸਰਕਾਰ ਕੋਲ ਰਹੇਗਾ, ਜਦੋਂ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਸਦਨ ਵਿੱਚ ਪਾਸ ਨਹੀਂ ਕੀਤਾ ਜਾਂਦਾ। ਪਰ ਹੁਣ ਵੱਡਾ ਸਵਾਲ ਇਹ ਹੈ ਕਿ ਮਾਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਲਿਆਂਦੇ ਗਏ ਸਿੱਖ ਗੁਰਦੁਆਰਾ ਐਕਟ ਸੋਧ ਬਿੱਲ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕਾਨੂੰਨੀ ਰੂਪ ਦੇਣਗੇ ਜਾਂ ਫਿਰ ਨਹੀਂ। 1 ਜੁਲਾਈ ਤੋਂ ਪਹਿਲਾਂ ਆਪਣੇ ਵਾਹਨਾਂ ਵਿੱਚ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਲਗਾਉਣੀਆਂ ਪੈਣਗੀਆਂ, ਨਹੀਂ ਤਾਂ 1 ਜੁਲਾਈ ਤੋਂ ਬਾਅਦ ਵੱਡੇ ਚਲਾਨ ਭੁਗਤਣੇ ਪੈਣਗੇ। ਪੰਜਾਬ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਨੇ ਇਸ ਲਈ ਤਿਆਰੀ ਕਰ ਲਈ ਹੈ। ਲੋਕਾਂ ਨੂੰ 30 ਜੂਨ ਤੱਕ ਨੰਬਰ ਪਲੇਟਾਂ ਲਵਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਬਾਅਦ ਮੋਟਰ ਵਹੀਕਲ ਐਕਟ 1988 ਦੀ ਧਾਰਾ 177 ਤਹਿਤ ਕਾਰਵਾਈ ਕੀਤੀ ਜਾਵੇਗੀ। ਜੇਕਰ ਪਹਿਲੀ ਵਾਰ ਫੜੇ ਗਏ ਤਾਂ 2000 ਰੁਪਏ ਦਾ ਜੁਰਮਾਨਾ ਲੱਗੇਗਾ, ਜਦਕਿ ਇਸ ਤੋਂ ਬਾਅਦ ਫੜੇ ਜਾਣ ਤੇ 3000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਉੱਥੇ ਹੀ ਵਾਹਨਾਂ ਨੂੰ ਬਲੈਕ ਲਿਸਟ ਵੀ ਕੀਤਾ ਜਾ ਸਕਦਾ ਹੈ। ਦੱਸਦੇ ਕਿ ਪੰਜਾਬ ਵਿੱਚ ਹਜੇ ਵੀ ਕਈ ਲੋਕਾਂ ਨੇ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਨਹੀਂ ਲਗਵਾਈਆਂ ਹਨ। ਵਿਭਾਗ ਨੇ ਲੋਕਾਂ ਨੂੰ ਆਖਰੀ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਵਾਹਨਾਂ ਤੇ ਹਾਈ ਸਿਕਿਉਰਿਟੀ ਵਾਲੀਆਂ ਨੰਬਰ ਪਲੇਟਾਂ ਨਿਰਧਾਰਤ ਸਮੇਂ ਦੇ ਅੰਦਰ ਲਗਵਾ ਲੈਣ। ਜ਼ਿਕਰ ਕਰਦੇ ਕਿ ਪੰਜਾਬ 'ਚ ਵਾਹਨਾਂ ਤੇ ਹਾਈ ਸਿਕਿਉਰਿਟੀ ਪਲੇਟਾਂ ਲਾਉਣ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਉੱਥੇ ਹੀ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਨੂੰ ਲਾਉਣ ਦੀ ਫੀਸ ਦੀ ਗੱਲ ਕੀਤੀ ਜਾਵੇ ਤਾਂ 2 ਪਹੀਆ ਵਾਹਨਾਂ ਲਈ 200 ਰੁਪਏ ਹੋਵੇਗੀ, ਕਾਰ ਲਈ 570 ਰੁਪਏ ਹੋਵੇਗੀ, ਕਮਰਸ਼ੀਅਲ ਵਾਹਨ ਲਈ 605 ਰੁਪਏ ਹੋਵੇਗੀ, ਟਰੈਕਟਰ ਲਈ 192 ਰੁਪਏ ਹੋਵੇਗੀ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਵਿੱਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ। ਮੰਤਰੀ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੇ ਖੁਦ ਹੀ ਆਪਣੀ ਜ਼ਮੀਨਾਂ ਛੱਡ ਦੇਣ ਅਤੇ ਸਰਕਾਰ ਉਹਨਾਂ ਦਾ ਸਨਮਾਨ ਵੀ ਕਰੇਗੀ ਅਤੇ ਪ੍ਰਤੀਕਿਰਿਆ ਮੁਕੰਮਲ ਬੋਲੀ ਕਰਵਾ ਕੇ ਉਹਨਾਂ ਨੂੰ ਠੇਕੇ ਤੇ ਜ਼ਮੀਨ ਵੀ ਦੇਵੇਗੀ। ਜੇਕਰ ਪੰਚਾਇਤੀ ਜ਼ਮੀਨਾਂ ਜਾਂ ਫਿਰ ਕਬਜ਼ੇ ਕੀਤੀਆਂ ਹੋਈਆਂ ਜ਼ਮੀਨਾਂ ਨਹੀਂ ਛੱਡਦੇ ਤਾਂ ਸਰਕਾਰ ਵੱਡੀ ਕਾਰਵਾਈ ਕਰੇਗੀ ਅਤੇ ਪਰਚਾ ਤੇ ਖਰਚਾ ਵੀ ਹੋਵੇਗਾ। ਜਿਵੇਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੀਸੀ ਕਰਦਿਆਂ ਕਿਹਾ
कि जे तो आप अगे आके ਜਿਹੜੇ किसान वीर ਛੱਡਣਗੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ, ਜਿਹੜਾ ਨਹੀਂ ਛੱਡੇਗਾ ਲੜਾਈ ਝਗੜਾ ਕਰੇਗਾ, ਨਾਲੇ ਖਰਚਾ ਤੇ ਨਾਲੇ ਪਰਚਾ ਹੋ ਸਕਦਾ। ਪਿਛਲੇ ਜਦੋਂ ਦੀ ਇਹ ਜ਼ਮੀਨ ਵਾਹੁੰਦੇ ਆ, ਜੇ 40-50 ਸਾਲ ਤੋਂ ਕਬਜ਼ਾ ਹੋ ਸਕਦਾ, 40-50 ਸਾਲਾਂ ਦਾ ਜਿਹੜਾ ਕਬਜ਼ਾ ਕੀਤਾ ਉਹ ਸਾਰੇ ਦਾ ਸਾਰਾ ਖਰਚਾ ਪੈ ਜੇ ਤੇ ਆਪਦੀ ਪੂੰਜੀ ਵੀ ਹੋ ਸਕਦਾ ਇੱਧਰ ਸਰਕਾਰ ਨੂੰ ਦੇਣੀ ਪਵੇ, ਕਿਉਂਕਿ ਵੇਖੋ ਸਰਕਾਰ ਦੀ ਜ਼ਮੀਨ ਆ ਐਂਡ ਤੇ ਆ ਕੇ ਜਿਹੜਾ ਮਾਲਕ ਹੈ ਮਾਲਕ ਹੀ ਰਹਿਣਾ। ਮਾਲਕੀ ਖਾਨੇ ਦੇ ਵਿੱਚ ਵੀ ਸ਼ਾਮਲਾਟ ਜਿਹੜੀ ਬੋਲਦੀ ਪਈ ਆ, ਸ਼ਾਮਲਾਟ ਸਰਕਾਰ ਦੀ ਹੁੰਦੀ ਆ, ਮਾਲਕੀ ਖਾਨੇ ਸ਼ਾਮਲਾਟ ਜ਼ਮੀਨ ਬੋਲਦੀ। ਬਿਲਕੁਲ, ਮੈਂ ਤੇ ਪਹਿਲਾਂ ਹੀ ਅਪੀਲ ਕੀਤੀ, ਮੈਂ ਐਮਐਲਏ ਸਾਹਿਬਾਨਾਂ ਨੂੰ ਕਹਿਤਾ ਕਿ ਜਿਹਦੇ ਕੋਲ ਵੀ ਕਬਜ਼ਾ ਉੱਤੋਂ ਛਡਾਇਆ ਜਾਵੇ, ਆਪਾਂ ਪੂਰੇ ਪਿੰਡ ਨੂੰ ਖੁਸ਼ ਕਰੀਏ, ਨਾ ਕਿ ਕੋਈ 10-20 ਬੰਦਿਆਂ ਨੂੰ। ਵੇਖੋ ਭਾਵੇਂ ਆਮ ਆਦਮੀ ਪਾਰਟੀ ਦੇ ਨੇ, ਭਾਵੇਂ ਅਕਾਲੀ ਦਲ, ਕਾਂਗਰਸ ਦੇ, ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨੇ। ਮੈਂ ਤੇ ਉਹ ਬੇਨਤੀ ਕਰੂੰਗਾ ਕਿ ਪੰਜਾਬ ਸਰਕਾਰ ਦੀ, ਪੰਜਾਬ ਦੇ ਲੋਕਾਂ ਦੀ ਜ਼ਮੀਨ ਹੈ ਤੇ ਆਪਾਂ ਅੱਗੇ ਆਈਏ, ਲੋਕਾਂ ਨੂੰ ਵੀ ਆਪਾਂ ਨਸੀਹਤ ਬਣੀਏ, ਲੋਕਾਂ ਵਾਸਤੇ ਇੱਕ ਪ੍ਰੇਰਨਾ ਸਰੋਤ ਬਣੀਏ ਕਿ ਇਹਨਾਂ ਲੋਕਾਂ ਨੇ ਆਪ ਖੁਦ ਅੱਗੇ ਆ ਕੇ ਪੰਜਾਬ ਸਰਕਾਰ ਦੀ ਜ਼ਮੀਨ ਪੰਜਾਬ ਸਰਕਾਰ ਦੇ ਹਵਾਲੇ ਕੀਤੀ, ਪੰਜਾਬ ਦੇ ਲੋਕਾਂ ਦੇ ਹਵਾਲੇ ਕੀਤੀ ਆ। ਬਾਕੀ ਜ਼ਮੀਨ ਤੇ ਛੱਡਣੀ ਪੈਣੀ ਆ, ਕਿਉਂਕਿ ਪਹਿਲੇ ਮੁੱਖ ਮੰਤਰੀ ਐਮਐਲਏ ਉਹ ਖੁਦ ਆ ਜ਼ਮੀਨਾਂ ਦੇ ਕਬਜ਼ੇ ਕਰਾਉਂਦੇ ਸਨ। ਉਹ ਜ਼ਮੀਨਾਂ ਦੇ ਜਿਹੜੇ ਕਬਜ਼ੇ ਕਰਾਏ ਹੁੰਦੇ ਸਨ ਉਹ ਐਮਐਲਏ ਮੰਤਰੀਆਂ ਦੇ ਹੀ ਸਨ, ਕਿਉਂਕਿ ਜੇ ਠੇਕਾ ਮੌਕੇ ਦਾ 40,000 ਹੋਣਾ ਜਾਂ 30,000 ਹੋਣਾ, ਉਹਨਾਂ ਐਮਐਲਏਆਂ ਨੇ 10,000 15,000 ਦੇ ਹਿਸਾਬ ਨਾਲ ਗ੍ਰਾਹੀ ਕਰਕੇ ਤੇ ਉਹਨਾਂ ਐਮਐਲਏ ਮੰਤਰੀਆਂ ਨੇ ਲੈ ਜਾਣੇ। ਨਾ ਤੇ ਸਾਡਾ ਕੋਈ ਐਮਐਲਏ ਮੰਤਰੀ ਕਿਸੇ ਤੋਂ 1 ਰੁਪਈਆ ਠੇਕੇ ਦੀ ਪੈਲੀ 'ਚੋਂ ਰਵਾਦਾਰ ਆ। ਇਹ ਪੰਜਾਬ ਦੇ ਲੋਕਾਂ ਦੀ ਇਨਕਮ ਬਣੂਗੀ, ਇਹ ਕੋਈ ਐਮਐਲਏ ਮੰਤਰੀ ਦੀ ਇਨਕਮ ਨਹੀਂ ਬਣੂਗੀ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਸ਼੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਆਮ ਆਦਮੀ ਕਲੀਨਿਕਾਂ ਵਿੱਚ ਕੰਮ ਕਰਨ ਤੋਂ ਬਾਅਦ ਹੁਣ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰੇਗੀ ਅਤੇ ਸਰਕਾਰੀ ਹਸਪਤਾਲਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ। ਇਹ ਹੁਣ ਅਸੀਂ ਸੈਕੰਡਰੀ ਕੇਅਰ ਤੇ ਫੋਕਸ ਕਰ ਰਹੇ ਹਾਂ। ਮੈਂ ਸਾਰੇ ਹਸਪੀਟਲ ਵਿਜ਼ਿਟ ਕਰਕੇ ਦੇਖ ਰਿਹਾ ਵੀ ਉੱਥੇ ਕੀ ਕਮੀ ਪੇਸ਼ੀ ਆ, ਉਹਨਾਂ ਨੂੰ ਆਪਾਂ ਪੇਸ਼ੈਂਟ ਔਰ ਪੀਪਲ ਫਰੈਂਡਲੀ ਕਿਸ ਤਰ੍ਹਾਂ ਬਣਾਉਣਾ, ਉਹਦੇ ਵਿੱਚ ਸਰਵਿਸਿਜ਼ ਕਿਸ ਤਰ੍ਹਾਂ ਇੰਪਰੂਵ ਕਰਨੀਆਂ। ਜਦੋਂ ਮਰੀਜ਼ ਹਸਪਤਾਲ 'ਚ ਆਏਗਾ, ਚਾਹੇ ਐਮਰਜੈਂਸੀ 'ਚ ਆਵੇ ਜਾਂ ਰੈਗੂਲਰ ਓਪੀਡੀ 'ਚ ਆਵੇ, ਉਹਨੂੰ ਰਿਸੀਵ ਕੀਤਾ ਜਾਏਗਾ। ਉਹਨਾਂ ਦੇ ਬਹਿਣ ਦੀ ਜਗ੍ਹਾ ਹੋਏਗੀ, ਠੰਡਾ ਪਾਣੀ ਪੀਣ ਲਈ ਹੋਏਗਾ ਔਰ ਪੇਸ਼ੈਂਟ ਨੂੰ ਪੁੱਛਿਆ ਜਾਏਗਾ ਕੀ ਤਕਲੀਫ ਹੈ, ਫਿਰ ਸਾਡਾ ਸਟਾਫ ਉਹਨਾਂ ਨੂੰ ਗਾਈਡ ਕਰੇਗਾ। ਜਿਹੜੇ ਸਾਡੇ ਕਰੋਨਾ ਵਾਰੀਅਰਸ ਹੈ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿਸਟਮ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਵੀ ਕਰ ਰਹੇ ਹਾਂ ਜੀ। ਅਲਟਰਾਸਾਊਂਡ ਦੇ ਸਾਡੇ ਕੋਲ ਸਪੈਸ਼ਲਿਸਟ ਵੀ ਘੱਟ ਹੈ, ਐਕਸਰੇ ਦੇ ਸਪੈਸ਼ਲਿਸਟ ਵੀ ਘੱਟ ਹੈ। ਉਹ ਹੁਣ ਜਿਹੜਾ ਪਿਛਲੇ 25-30 ਸਾਲ ਦਾ ਗੈਪ ਹੈ, ਲੇਕਿਨ ਹੁਣ ਜਿਹੜੇ ਸਾਡੇ ਕੋਲ ਜਿਨ੍ਹਾਂ ਨੂੰ ਅਸੀਂ ਸਪਾਂਸਰ ਕਰਦੇ ਹਾਂ, ਜਿਹੜੇ ਹੁਣ ਆ ਰਹੇ, ਅਸੀਂ ਕਿਸੇ ਨੂੰ ਵੀ ਜਾਣ ਨਹੀਂ ਦੇ ਰਹੇ, ਸਾਰਿਆਂ ਨੂੰ ਅਸੀਂ ਹਸਪਤਾਲਾਂ ਦੇ ਵਿੱਚ ਡਿਪਲੋਏ ਕਰ ਰਹੇ ਹਾਂ। ਸੋ ਜਿੰਨੇ ਵੀ ਸਾਡੇ ਚਾਹੇ ਉਹ ਠੇਕਾ ਆਧਾਰਿਤ ਮੁਲਾਜ਼ਮ ਹੈ, ਰੈਗੂਲਰ ਇੰਪਲਾਈਜ਼ ਹੈ, ਉਹਨਾਂ ਨੂੰ ਹੋਰ ਬੈਨੀਫਿਟ ਦੇਣ। ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਤਨਖਾਹ ਕਿਸੇ ਦੀ ਨਹੀਂ ਰੋਕਣੀ, ਜੇ ਸੈਂਟਰ ਨਹੀਂ ਦਿੰਦਾ ਕੋਈ ਗੱਲ ਨਹੀਂ, ਸਟੇਟ ਦੇ ਫੰਡਸ ਨਾਲ ਉਹ ਸਟੇਟ 'ਚੋਂ ਸਾਰੀ ਫੰਡਿੰਗ ਹੋ ਰਹੀ ਆ। ਪਹਿਲਾਂ ਅਸੀਂ ਜਿਹੜਾ ਪ੍ਰਾਇਮਰੀ ਕੇਅਰ ਤੇ ਫੋਕਸ ਕੀਤਾ, ਜਿਹਦੇ ਵਿੱਚ ਸਾਡੇ 580 ਆਮ ਆਦਮੀ ਕਲੀਨਿਕ, ਜਿਹਦੇ 'ਚੋਂ ਤਕਰੀਬਨ 75% ਜਿਹੜੇ ਉਹ ਪਿੰਡਾਂ ਦੇ ਵਿੱਚ ਹੈ, ਜੋ ਕਿ ਪਹਿਲਾਂ ਬਹੁਤ ਸਾਰੀ ਕਮੀ ਸੀ ਉਹਦੇ ਵਿੱਚ ਹੈ ਕਿ ਅੰਡਰ ਵਨ ਰੂਫ, ਉਹਦੇ ਵਿੱਚ ਡਾਕਟਰ ਦੀ ਸ਼ੋਰਡ ਪ੍ਰੈਜ਼ੈਂਸ, ਟੈਸਟ ਵੀ ਸਾਰੇ ਉੱਥੇ ਹੋਣਗੇ ਔਰ ਦਵਾਈਆਂ ਮਿਲਣਗੀਆਂ ਜਿਹੜੀਆਂ ਪੇਸ਼ੈਂਟ ਦੇ 80-90% ਦਾ ਇਲਾਜ ਉੱਥੇ ਹੋ ਜਾਂਦਾ ਜੀ। ਜਿਹੜਾ ਦੂਜਾ ਸੈਕੰਡ ਲੈਵਲ ਹੈਗਾ ਉਹਨੂੰ ਸੈਕੰਡਰੀ ਕੇਅਰ ਕਹਿੰਦੇ ਆ, ਜਿਹਦੇ 'ਚ ਡਿਸਟ੍ਰਿਕਟ ਹਸਪੀਟਲ, ਸਬ ਡਿਵੀਜ਼ਨ ਹਸਪੀਟਲ, ਕਮਿਊਨਿਟੀ ਹੈਲਥ ਸੈਂਟਰ, ਇਹ ਸਾਰੇ ਆ ਜਾਂਦੇ ਉਹਦੇ ਜਿਹਦੇ ਵਿੱਚ ਇਹ ਹੁਣ ਅਸੀਂ ਸੈਕੰਡਰੀ ਕੇਅਰ ਤੇ ਫੋਕਸ ਕਰ ਰਹੇ ਹਾਂ। ਮੈਂ ਸਾਰੇ ਹਸਪੀਟਲ ਵਿਜ਼ਿਟ ਕਰਕੇ ਦੇਖ ਰਿਹਾ ਵੀ ਉੱਥੇ ਕੀ ਕਮੀ ਪੇਸ਼ੀ ਆ, ਉਹਨਾਂ ਨੂੰ ਆਪਾਂ ਪੇਸ਼ੈਂਟ ਔਰ ਪੀਪਲ ਫਰੈਂਡਲੀ ਕਿਸ ਤਰ੍ਹਾਂ ਬਣਾਉਣਾ, ਉਹਦੇ ਵਿੱਚ ਸਰਵਿਸਿਜ਼ ਕਿਸ ਤਰ੍ਹਾਂ ਇੰਪਰੂਵ ਕਰਨੀਆਂ। ਔਰ ਸਾਡੇ ਕੋਲ ਜਿਸ ਤਰ੍ਹਾਂ ਸਾਡੇ ਕੋਲ 3 ਚੀਜ਼ਾਂ, HR ਤੇ ਦੂਜਾ ਇਕੁਇਪਮੈਂਟ ਤੇ ਤੀਜੀ ਬਿਲਡਿੰਗ। ਕਈ ਜਗ੍ਹਾ ਤੇ ਉਹਦਾ ਅਸੀਂ ਗੈਪ ਐਨਾਲਿਸਿਸ ਕੀਤਾ। ਮੇਰੇ ਤੋਂ ਪਹਿਲਾਂ ਇੱਕ ਸਾਡੇ ਪ੍ਰਾਈਵੇਟ ਡਾਕਟਰਸ ਹੈਗੇ ਆ, ਡਾਕਟਰ ਸੁਧੀਰ ਮੇਰੇ ਐਡਵਾਈਜ਼ਰ ਆ, ਉਹ ਡਾਕਟਰ ਭਗਵੰਤ ਜਿਹੜੇ IMA ਦੇ ਪ੍ਰੈਜ਼ੀਡੈਂਟ ਆ, ਉਹ ਸਾਰੇ ਹਸਪੀਟਲ ਵਿਜ਼ਿਟ ਕਰਦੇ ਆ, ਉਹਨੂੰ ਅਸੀਂ ਗੈਪ ਐਨਾਲਿਸਿਸ ਕਹਿੰਦੇ ਆ। ਗੈਪ ਐਨਾਲਿਸਿਸ ਕਹਿੰਦੇ ਆ ਵੀ ਇੱਥੇ ਸਾਨੂੰ ਇੰਨੀਆਂ ਮਸ਼ੀਨਾਂ ਚਾਹੀਦੀਆਂ, ਇੰਨੀਆਂ ਨਰਸਸ ਘੱਟ ਹੈ, ਇੰਨੇ ਡਾਕਟਰ ਘੱਟ ਹੈ, ਜਾਂ ਬਿਲਡਿੰਗ ਦੇ ਵਿੱਚ ਕੀ ਇੰਪਰੂਵਮੈਂਟਸ ਹੋਣੀਆਂ। ਜਿਹੜੀ ਐਗਜ਼ਿਸਟਿੰਗ ਬਿਲਡਿੰਗ ਹੈ, ਅਸਿਸਟੈਂਟ ਇਕੁਇਪਮੈਂਟ ਹੈ, ਜਾਂ ਜਿਹੜਾ ਇਸ ਵੇਲੇ ਐਗਜ਼ਿਸਟਿੰਗ ਜਿਹੜਾ ਸਟਾਫ ਹੈ, ਇਹਦੇ ਬੈਸਟ ਆਪਟੀਮਮ ਯੂਜ਼ ਇਹਦਾ ਕਿੱਦਾਂ ਕਰਨਾ ਜੀ, ਇਹਨੂੰ ਗੈਪ ਐਨਾਲਿਸਿਸ ਕੀਤਾ ਅਸੀਂ। ਉਹ ਕਰਕੇ ਅਸੀਂ ਸਾਰੀਆਂ ਜਿਹੜੀਆਂ ਸਰਵਿਸਿਜ਼ ਹੈ, ਅਸੀਂ ਨਵਾਂ ਕਨਸੈਪਟ ਜਿਹੜਾ ਹੈਗਾ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ ਹੋਣਗੇ। ਜਦੋਂ ਮਰੀਜ਼ ਹਸਪਤਾਲ 'ਚ ਆਏਗਾ, ਚਾਹੇ ਐਮਰਜੈਂਸੀ 'ਚ ਆਵੇ ਜਾਂ ਰੈਗੂਲਰ ਓਪੀਡੀ 'ਚ ਆਵੇ, ਉਹਨੂੰ ਰਿਸੀਵ ਕੀਤਾ ਜਾਏਗਾ। ਉਹਨਾਂ ਦੇ ਬਹਿਣ ਦੀ ਜਗ੍ਹਾ ਹੋਏਗੀ, ਠੰਡਾ ਪਾਣੀ ਪੀਣ ਲਈ ਹੋਏਗਾ ਔਰ ਪੇਸ਼ੈਂਟ ਨੂੰ ਪੁੱਛਿਆ ਜਾਏਗਾ ਕੀ ਤਕਲੀਫ ਹੈ, ਫਿਰ ਸਾਡਾ ਸਟਾਫ ਉਹਨਾਂ ਨੂੰ ਗਾਈਡ ਕਰੇਗਾ। ਉਹ ਜਾ ਕੇ ਉਹਨਾਂ ਦੀ ਪਰਚੀ ਬਣਾ ਕੇ ਡਾਕਟਰ ਦੇ ਕਮਰੇ ਤੱਕ ਛੱਡ ਕੇ ਆਉਣਗੇ ਉਹਨਾਂ ਨੂੰ। ਨਹੀਂ, ਕੋਈ ਡਿਸਪਿਊਟ ਨਹੀਂ ਹੈ ਜੀ। ਦੇਖੋ, ਚਾਹੇ ਆਪਾਂ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰ ਲਈਏ, ਉਹ ਪਿਛਲੀਆਂ ਸਰਕਾਰਾਂ ਨੇ ਮਿਸਯੂਜ਼ ਕੀਤਾ ਹੋਏਗਾ, ਸਾਡੀ ਸਰਕਾਰ ਨੂੰ ਤਾਂ ਮਿਲਿਆ ਨਹੀਂ ਫੰਡ। ਉਹਨਾਂ ਨੇ ਕਿਹਾ ਵੀ ਜਿਹੜਾ ਤੁਹਾਡਾ, ਇਹਨਾਂ ਦਾ ਜਵਾਬ ਦੇ ਦਈਏ ਜੀ ਪੂਰਾ। ਪਹਿਲਾਂ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਜੀ ਇਹਦੇ ਵਿੱਚ ਮਤਲਬ ਇੱਕ ਐਕਟ ਬਣਾਓ ਕਿ ਤੁਸੀਂ ਇਸ ਫੰਡ ਨੂੰ ਜਿਹੜਾ ਇਹਦਾ ਮਹੱਤਵ ਹੈ ਉਹਦੇ ਵਾਸਤੇ ਯੂਜ਼ ਕਰੋਗੇ। ਅਸੀਂ ਅਸੈਂਬਲੀ ਦੇ ਵਿੱਚ ਸਪੈਸ਼ਲ ਸੈਸ਼ਨ ਕਰਕੇ, ਉਹਦਾ ਸੈਸ਼ਨ ਦੇ ਵਿੱਚ ਮਤਾ ਪਾਸ ਕਰਕੇ ਸਪੈਸ਼ਲੀ ਜਿਹੜਾ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਵੀ ਕਰ ਦਿੱਤਾ। ਹਾਲਾਂਕਿ ਉਹਨਾਂ ਦਾ ਹੱਕ ਨਹੀਂ ਬਣਦਾ, ਉਹਨਾਂ ਦਾ ਗਲਤ ਸੀਗਾ ਉਹਨਾਂ ਦਾ ਕਹਿਣਾ। ਮਤਲਬ ਇਹ ਜਿਹੜਾ ਸਟੇਟ ਦਾ ਫੰਡ ਹੈ, ਸਟੇਟ ਦੀ ਮਰਜ਼ੀ ਹੈ, ਜਿੱਦਾਂ ਮਰਜ਼ੀ ਖਰਚੇ ਹੋ।
ਬਟ ਅਸੀਂ ਉਹ ਵੀ ਕਰ ਦਿੱਤਾ ਕਿ ਅਸੀਂ ਉਹਨੂੰ ਪਿੰਡਾਂ ਦੀਆਂ ਮੰਡੀਆਂ, ਪਿੰਡਾਂ ਦੀਆਂ ਸੜਕਾਂ ਵਾਸਤੇ ਵਰਤਾਂਗੇ। ਉਸ ਤੋਂ ਬਾਅਦ ਵੀ ਰਿਲੀਜ਼ ਨਹੀਂ ਕਰਦੇ ਜੀ ਉਹ। ਹਾਂ, ਇਹ ਤੁਹਾਡਾ ਸਵਾਲ ਹੈਗਾ ਜਿਹੜਾ ਹੈਗਾ ਨਾ ਜੀ, ਇਹਦੇ ਵਿੱਚ ਤੁਸੀਂ ਦੇਖੋ ਜਿਹੜੀ ਸਾਡੇ ਤੋਂ ਪਹਿਲਾਂ ਦੀ ਸਰਕਾਰ ਸੀ ਉਹਨਾਂ ਨੇ ਵੀ ਇਹਦਾ ਜਿਹੜਾ ਹੈਗਾ ਉਹ ਸਰਬੱਤ ਸਿਹਤ ਬੀਮਾ ਜਿਹੜਾ ਉਹਨਾਂ ਨੇ ਯੋਜਨਾ ਦਾ ਵੀ ਨਾਂ ਉਹ ਰੱਖਿਆ ਹੋਇਆ ਸੀਗਾ। ਉਹਨਾਂ ਨੇ ਵੀ ਜਿਹੜਾ ਉਸ ਵੇਲੇ ਵੀ ਮੁੱਖ ਮੰਤਰੀ ਦੀ, ਉਸ ਤੋਂ ਵੇਲੇ ਬਾਦਲ ਸਾਹਿਬ ਵੇਲੇ ਵੀ, ਜਦੋਂ ਤਾਂ ਉਹ ਸਾਰਾ ਕੁਝ ਕਰਦੇ ਸੀਗੇ। ਅਸੀਂ ਹੁਣ ਜਿਹੜਾ ਸਟੇਟ ਹੈ ਜੇ 60% ਉਹ ਕਹਿੰਦੇ ਆ 60% ਤਾਂ ਕਰਦੇ ਨਹੀਂ, ਜ਼ਮੀਨ ਸਾਡੀ ਹੈ, 40% ਸਟੇਟ ਵੀ ਕਰਦੀ ਹੈ। ਇਹਨੂੰ ਅਸੀਂ ਕੋ ਬ੍ਰਾਂਡਿੰਗ ਕਹਿੰਦੇ ਆ ਵੀ ਤੁਸੀਂ ਅਸੀਂ ਸਾਰੀਆਂ ਸਟੇਟਸ ਨੇ ਆਪਣਾ ਆਪਣਾ ਨਾਂ ਰੱਖਿਆ ਹੋਇਆ। ਯੂਪੀ ਨੇ ਵੀ ਆਪਣਾ ਨਾਂ ਰੱਖਿਆ ਹੋਇਆ, ਹਰਿਆਣੇ ਵਾਲਿਆਂ ਨੇ ਵੀ ਆਪਣਾ ਲੋਕਲ ਜਿਹੜਾ ਡਾਇਲੈਕਟ ਦੇ ਵਿੱਚ ਨਾਂ ਰੱਖਿਆ ਹੋਇਆ, ਤੇਲੰਗਾਨਾ ਨੇ ਰੱਖਿਆ ਹੋਇਆ। ਉਹਨਾਂ ਨੇ ਫੰਡ ਪੰਜਾਬ ਦਾ ਬੰਦ ਕੀਤਾ ਜੋ ਕਿ ਗਲਤ ਹੈ, ਗੈਰ ਸੰਵਿਧਾਨਕ ਹੈ ਔਰ ਗੈਰ ਲੋਕਤੰਤਰਿਕ ਵੀ ਹੈ। ਔਰ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਔਰ ਇਹ ਲਾਸਟ ਰਿਜ਼ੋਰਟ ਹੋਣਾ ਚਾਹੀਦਾ। ਤੁਸੀਂ ਸਾਡਾ ਜਿਹੜਾ ਵੀ ਸਾਡੇ ਸਾਰੇ ਫੰਡ ਉਹਨਾਂ ਨੇ ਬੰਦ ਕਰ ਰੱਖਿਆ। ਈਵਨ ਸਾਡੀ ਜਿਹੜੀ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਬਣਨੀ ਸੀ ਚੰਡੀਗੜ੍ਹ ਦੇ ਵਿੱਚ, ਜਿਹੜੀ ਨਿਊ ਚੰਡੀਗੜ੍ਹ ਦੇ ਵਿੱਚ, ਉਹਦੀ ਵੀ ਅਸੀਂ ਜ਼ਮੀਨ ਵੀ ਦਿੱਤੀ ਹੋਈ ਆ। ਉਹਨੂੰ ਬਿਨਾਂ ਸਾਨੂੰ ਦੱਸੇ ਤੋਂ ਉਹਨੂੰ ਜੰਮੂ ਦੇ ਵਿੱਚ ਸ਼ਿਫਟ ਕਰ ਦਿੱਤਾ। ਜਿਹੜੀ ਤੁਹਾਡੀ ਏਮਜ਼ ਬਠਿੰਡਾ ਬਣਨੀ ਸੀ, ਹੁਣ ਉਹਦਾ ਵੀ ਤੁਹਾਨੂੰ ਪਤਾ ਜਿਹੜੀ ਪ੍ਰੋਬਲਮ ਹੈ ਉਹ ਜਦੋਂ ਚੰਨੀ ਗਵਰਨਮੈਂਟ ਸੀ, ਚੰਨੀ ਸਾਹਿਬ ਨਾਲ ਹੋਈ ਸੀ। ਹੁਣ 1.25 ਸਾਲ ਹੋ ਗਿਆ ਸਾਨੂੰ ਕਹਿੰਦਿਆਂ ਨੂੰ। ਉਹਦਾ ਨੀਂਹ ਪੱਥਰ ਰੱਖਣ ਵਾਸਤੇ ਪ੍ਰਧਾਨ ਮੰਤਰੀ ਜੀ ਕੋਲੇ ਮੁੜ ਕੇ ਉਹਨਾਂ ਨੂੰ ਸਮੇਂ ਨਹੀਂ ਮਿਲ ਰਿਹਾ। ਉਹਨਾਂ ਨੂੰ ਉਹ ਜਿਹੜੇ ਫਿਰੋਜ਼ਪੁਰ ਦੇ ਲੋਕਾਂ ਦੇ ਨਾਲ ਵੀ ਉਹ ਵੀ ਨਾ ਇਨਸਾਫੀ ਆ। ਸੋ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਮਤਲਬ ਬਲੇਟੈਂਟ ਜਿਹੜਾ ਮਤਲਬ ਵਿਤਕਰਾ ਕੀਤਾ ਜਾ ਰਿਹਾ ਪੰਜਾਬ ਦੇ ਨਾਲ। ਆ ਕ੍ਰਿਕਟ ਦੇ ਮਾਮਲੇ 'ਚ ਵੀ ਤੁਸੀਂ ਦੇਖ ਰਹੇ ਹੋ ਹੁਣ ਵੱਲੋਂ। ਅੱਛਾ ਜੀ, ਦੇਖੋ ਜਿਹੜਾ ਤੁਹਾਡਾ ਜਿਹੜੀ ਤੁਹਾਡੀ ਸਟੇਟਮੈਂਟ ਦਾ ਪਹਿਲਾ ਪਾਰਟ ਸੀਗਾ ਦੈਟ ਵਾਜ਼ ਅ ਬਿਗ ਕੰਪਲੀਮੈਂਟ ਕਿ ਜਦੋਂ ਦੇ ਆਮ ਆਦਮੀ ਕਲੀਨਿਕ ਖੋਲ੍ਹਿਆ ਉਦੋਂ ਦਾ ਰਸ਼ ਬਹੁਤ ਵੱਧ ਗਿਆ ਸਰਕਾਰੀ ਹਸਪਤਾਲਾਂ ਦੇ ਵਿੱਚ। ਬਿਲਕੁਲ ਬਹੁਤ ਪੇਸ਼ੈਂਟ ਆ ਰਹੇ ਆ, ਲੋਕਾਂ ਦਾ ਫੇਥ ਵਧਿਆ ਹੈਗਾ ਔਰ ਲੋਕਾਂ ਨੂੰ ਆਰਾਮ ਆ ਰਿਹਾ। 30 ਲੱਖ ਤੋਂ ਵੱਧ ਲੋਕਾਂ ਨੇ ਇਲਾਜ ਕਰਾਇਆ ਉਹਦੇ ਵਿੱਚ। ਮਤਲਬ ਉਹ ਇੱਕ ਬਹੁਤ ਅੱਛੀ ਸਾਡੀ ਸ਼ੁਰੂਆਤ ਹੈ। ਉਸੇ ਤਰ੍ਹਾਂ ਕਰਕੇ ਜਿਸ ਤਰ੍ਹਾਂ ਮੇਰੀ ਇਹ ਭੈਣ ਵੀ ਕੁਝ ਕਹਿ ਰਹੀ ਹੈ ਗਰਜਸ, ਮੇਰਾ ਮਕਸਦ ਉਹੀ ਦੇਖਣ ਦਾ ਹੈਗਾ ਜਿੱਥੇ ਜਿਹੜੀ ਪ੍ਰੋਬਲਮ ਹੈਗੀ ਆ ਉਹ ਸਾਰੀਆਂ ਬਿਲਡਿੰਗਸ ਨੂੰ ਜਿਹੜਾ ਹੈਗਾ ਅਸੀਂ ਅਪਗ੍ਰੇਡ ਕਰਾਂਗੇ ਜੀ, ਬਿਲਡਿੰਗ ਦਾ ਇਨਫਰਾਸਟ੍ਰਕਚਰ ਬੈਟਰ ਕਰਾਂਗੇ। ਮੈਂ ਜਵਾਬ ਦੇ ਰਿਹਾ ਜੀ ਤੁਹਾਡਾ ਸਾਰਾ। ਹਾਂ, ਮੈਂ ਜਿਹੜਾ ਬਿਲਡਿੰਗਸ ਆ ਉਹ ਠੀਕ ਕਰਾਂਗੇ, ਸਾਫ਼ ਸਫਾਈ ਵੱਧ ਕਰਾਂਗੇ ਔਰ ਜਿਹੜੀ ਤੁਸੀਂ ਸਟਾਫ ਦੀ ਸ਼ਾਰਟੇਜ ਹੈ, ਨੇਚਰਲੀ ਜਦੋਂ ਪੇਸ਼ੈਂਟ ਵਧਣਗੇ ਸਟਾਫ ਨੂੰ ਪ੍ਰੋਪੋਰਸ਼ਨੇਟਲੀ ਵਧਣਾ ਚਾਹੀਦਾ। ਤੁਹਾਨੂੰ ਪਤਾ ਹੋਏਗਾ ਕਿ ਅਸੀਂ 272 ਸਪੈਸ਼ਲਿਸਟ ਡਾਕਟਰ ਰੱਖੇ ਆ, ਪਿੱਛੇ ਸੁਪਰ ਸਪੈਸ਼ਲਿਸਟ ਰੱਖੇ ਆ, ਨਰਸਸ ਦੀ ਭਰਤੀ ਆ, 2000 ਬੰਦਿਆਂ ਦੀ ਭਰਤੀ ਹੋਰ ਹੋ ਰਹੀ ਆ। ਤੇ ਰੀਸੈਂਟਲੀ ਅਸੀਂ ਜਿਹੜਾ ਸੀਗਾ ਇਹ ਮੈਨੂੰ ਲੱਗਦਾ ਸੀ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਹੈ ਇਹਨਾਂ ਨੂੰ ਬਿਹਤਰ ਕਰਨ ਵਾਸਤੇ ਅਸੀਂ 550 ਹਾਊਸ ਸਰਜਨ ਜਿਹੜੇ ਹੈਗੇ ਆ ਉਹ ਭਰਤੀ ਹੋ ਗਏ ਆ ਸਾਰੇ। ਉਹਨਾਂ ਦੀ ਪਲੇਸਮੈਂਟ ਹੋ ਰਹੀ ਆ। 2000 ਬੰਦੇ ਸਾਡੇ, 580 ਡਾਕਟਰ ਤੇ 2400 ਬੰਦੇ ਸਾਡੇ ਜਿਹੜੇ ਹੈਗੇ ਆ ਪੈਰਲਮੈਂਟ ਮੋਡ ਦੇ ਉੱਤੇ ਜਿਹੜੇ ਆਮ ਆਦਮੀ ਕਲੀਨਿਕ ਦੇ ਵਿੱਚ ਹੈ। ਇੰਨੇ ਬੰਦਿਆਂ ਨੂੰ ਜੌਬਸ ਵੀ ਮਿਲੀਆਂ, ਮਤਲਬ 5-7000 ਜੌਬ ਤਾਂ ਮੈਂ ਤੁਹਾਨੂੰ ਗੁਣਾਈ ਦਿੱਤੀ ਜੀ ਇਹ ਮਤਲਬ ਨਾ। ਜਿਹੜੇ ਸਾਡੇ ਹੁਣ 550 ਡਾਕਟਰ ਆਏ ਉਹ ਐਮਰਜੈਂਸੀ 'ਚ ਆ ਰਿਹਾ। ਜਿਵੇਂ ਬਠਿੰਡੇ ਦੇ ਸਿਵਲ ਸਰਜਨ ਦਾ ਦੱਸ ਰਹੇ ਸੀ 28 ਹੈ ਜੀ, 29 ਡਾਕਟਰ ਤੁਹਾਨੂੰ ਨਵੇਂ ਮਿਲੇ ਆ ਜੀ ਉਹਦੇ 'ਚ ਨਾ ਜੀ। ਸੋ ਜਿਹੜਾ ਸਟਾਫ ਦੀ ਰਿਕਰੂਟਮੈਂਟ ਹੈ ਥੋੜ੍ਹਾ ਜਿਹਾ ਟਾਈਮ ਲੈਂਦੀ ਹੈ ਜੀ, ਮੈਰਿਟ ਦੇਖਣੀ ਪੈਂਦੀ ਹੈ। ਉਹਦੇ 'ਚ ਪਹਿਲਾਂ ਉਹਨਾਂ ਦਾ ਸਟਾਈਪੈਂਡ ਹੁੰਦਾ ਹੈ। ਇਹ 6 ਮਹੀਨੇ ਵਾਸਤੇ ਕੰਟਰੈਕਟ ਜੌਬ ਹੁੰਦੀ ਹੈ, 24/7 ਜੌਬ ਹੁੰਦੀ ਆ। ਇਹਦੇ ਵਿੱਚ ਕੀ ਹੈਗਾ ਕਿ ਉਹ ਡਾਕਟਰ ਨੇ 24 ਘੰਟੇ ਉੱਥੇ ਹੀ ਰਹਿਣਾ। ਅਸੀਂ ਉਹਨਾਂ ਨੂੰ ਰਹਿਣ ਦਾ ਵੀ ਉਹਨਾਂ ਦਾ ਬੰਦੋਬਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ 24 ਘੰਟੇ ਜਿਹੜੇ ਡਾਕਟਰ ਐਮਰਜੈਂਸੀ 'ਚ ਅਵੇਲੇਬਲ ਰਹਿਣਗੇ। ਇਸੇ ਤਰ੍ਹਾਂ ਸਟਾਫ ਨਰਸਸ ਦਾ ਕਰ ਰਹੇ ਹਾਂ ਜੀ, ਇਸੇ ਤਰ੍ਹਾਂ ਸਿਕਿਉਰਿਟੀ ਦਾ ਕਰ ਰਹੇ ਹਾਂ, ਪੈਰਾਮੈਡਿਕਸ ਜਿਹੜੇ ਦੂਜੇ ਆ, ਸਪੋਰਟਿੰਗ ਸਟਾਫ ਹੈ, ਸਫਾਈ ਵਾਲੇ ਆ, ਉਹਨਾਂ ਦੀ ਰਿਕਰੂਟਮੈਂਟ ਵੀ ਕਰ ਰਹੇ ਹਾਂ। ਰਿਕਰੂਟਮੈਂਟ ਨੂੰ ਥੋੜ੍ਹਾ ਜਿਹਾ ਟਾਈਮ ਲੱਗੇਗਾ, 2-3 ਮਹੀਨੇ 'ਚ ਸਾਰਾ ਸਮੂਥ ਹੋ ਜਾਏਗਾ ਸਾਡਾ। ਡਾਕਟਰਸ ਆ ਗਏ ਆ, ਪੈਰਾਮੈਡਿਕਸ ਵੀ ਆ ਜਾਣਗੇ ਔਰ ਮੈਡੀਸਨ ਦੀ ਸਪਲਾਈ ਸਾਡੀ ਜਿਹੜੀ ਹੈਗੀ ਆ, ਅਸੀਂ ਇਨਫ ਮੈਡੀਸਨ ਪਰਚੇਜ਼ ਕਰ ਲਈਆਂ ਹੋਈਆਂ। ਕਿਤੇ ਕੋਈ ਸਪਲਾਈ ਦੇ ਵਿੱਚ ਦਿੱਕਤ ਆ ਸਕਦੀ ਹੈ ਲੇਕਿਨ ਮੈਡੀਸਨ ਦੀ ਕੋਈ ਸਾਡੇ ਕੋਲੇ ਕਮੀ ਨਹੀਂ ਹੈ। ਸਾਰੇ ਟੈਸਟ ਵੀ ਹਸਪਤਾਲਾਂ 'ਚ ਹੋਣਗੇ, ਸਾਰੀਆਂ ਦਵਾਈਆਂ ਮਿਲਣਗੀਆਂ ਔਰ ਅਸ਼ੋਰਡ ਪ੍ਰੈਜ਼ੈਂਸ ਆਫ ਮੈਡੀਕਲ ਸਟਾਫ ਹੋਏਗੀ। ਇਸੇ ਮੈਂਡੇਟ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਜੋ ਮੈਨੂੰ ਦਿੱਤਾ ਹੈਗਾ ਉਹਨੂੰ ਲੈ ਕੇ ਮੈਂ ਸਾਰੇ ਹਸਪਤਾਲਾਂ ਵਿੱਚ ਇਕੱਲੇ ਹਸਪਤਾਲ 'ਚ ਜਾ ਕੇ ਮੈਂ ਆਪ ਦੇਖ ਰਿਹਾ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ। ਨਹੀਂ ਕਿਹੜੀ ਦੇਖੋ ਮੈਂ ਉਹਨਾਂ ਦੇ ਨਾਲ ਵੀ ਮੀਟਿੰਗ ਕਰਾਂਗਾ ਲੇਕਿਨ ਉਹ ਤੁਹਾਨੂੰ ਪਤਾ ਕਿ ਸੈਂਟਰ ਗਵਰਨਮੈਂਟ ਦੀ ਸੰਸਥਾ ਹੈਗੀ ਆ, ਉਹ ਸਾਡੇ ਪੰਜਾਬ ਦੇ ਐਡਮਿਨਿਸਟ੍ਰੇਟਿਵ ਕੰਟਰੋਲ 'ਚ ਨਹੀਂ ਆ, ਉਹ ਇੰਡੀਪੈਂਡੈਂਟ। ਹਾਂ, ਉਹ ਉਹਨਾਂ ਦੀ ਮੈਨੇਜਮੈਂਟ ਉਹਨਾਂ ਦੀ ਸਾਰੀ ਆਪਣੀ ਆ ਜੀ। ਬਟ ਮੈਨੂੰ ਉਹਨਾਂ ਨੇ ਮੇਰੇ ਕੋਲ ਨਹੀਂ ਉਹਨਾਂ ਨੇ ਕੁਝ ਵੀ ਮੈਨੂੰ ਦੱਸਿਆ ਵੀ ਸਾਨੂੰ ਜੇ ਕੋਈ ਸਟੇਟ ਨਾਲ ਰਿਲੇਟਡ ਹੋਏਗੀ ਕੋਈ ਪ੍ਰੋਬਲਮ ਨਹੀਂ, ਉਹਨਾਂ ਨੂੰ ਆਉਣ ਦਿਆਂਗੇ ਜਿਹੜੀ ਵੀ ਹੋਏ। ਹਾਂ, ਉਹ ਵੀ ਕਰ ਰਹੇ ਆ ਜੀ। ਅਲਟਰਾਸਾਊਂਡ ਦੇ ਸਾਡੇ ਕੋਲ ਸਪੈਸ਼ਲਿਸਟ ਵੀ ਘੱਟ ਹੈ, ਐਕਸਰੇ ਦੇ ਸਪੈਸ਼ਲਿਸਟ ਵੀ ਘੱਟ ਹੈ। ਉਹ ਹੁਣ ਜਿਹੜਾ ਪਿਛਲੇ 25-30 ਸਾਲ ਦਾ ਗੈਪ ਹੈ। ਲੇਕਿਨ ਹੁਣ ਜਿਹੜੇ ਸਾਡੇ ਕੋਲੇ ਜਿਹਨਾਂ ਨੂੰ ਅਸੀਂ ਸਪਾਂਸਰ ਕਰਦੇ ਹਾਂ, ਜਿਹੜੇ ਹੁਣ ਆ ਰਹੇ, ਅਸੀਂ ਕਿਸੇ ਨੂੰ ਵੀ ਜਾਣ ਨਹੀਂ ਦੇ ਰਹੇ, ਸਾਰਿਆਂ ਨੂੰ ਅਸੀਂ ਹਸਪਤਾਲਾਂ ਦੇ ਵਿੱਚ ਡਿਪਲੋਏ ਕਰ ਰਹੇ ਹਾਂ। ਮਸ਼ੀਨਾਂ ਵੀ ਨਵੀਆਂ ਲਾਵਾਂਗੇ ਜੀ ਜਿੱਥੇ ਵਰਕਲੋਡ ਅਸੀਂ ਕੈਲਕੂਲੇਟ ਕਰ ਰਹੇ ਹਾਂ। ਇਹੀ ਪਰਪਸ ਹੈ ਜੀ ਮੇਰੀ ਵਿਜ਼ਿਟ ਕਰਨ ਦਾ ਕਿ ਜਿਹੜੇ ਹਸਪਤਾਲਾਂ ਵਿੱਚ ਵਰਕਲੋਡ ਹੈ ਉੱਥੇ ਦੂਜੀ ਮਸ਼ੀਨ ਲਾ ਦਾਂਗੇ, ਨਾਲ ਲੇਟੈਸਟ ਮਸ਼ੀਨ ਲਗਾ ਦਾਂਗੇ। ਇਸੇ ਤਰ੍ਹਾਂ ਤੁਹਾਡੇ CT ਸਕੈਨ, MRI ਜਾਂ ਕਿ ਜਿੱਥੇ ਕੋਈ ਪੈਟ ਸਕੈਨ ਦੀ ਲੋੜ ਹੋਏਗੀ ਉਹ ਵਾਲੀਆਂ ਮਸ਼ੀਨਾਂ ਵੀ ਸਾਰੀਆਂ ਅਸੀਂ ਲਗਾਵਾਂਗੇ। ਹਾਂ, ਉਹ ਵੀ ਅਸੀਂ ਦੇਖ ਲਾਂਗੇ ਜੀ। ਹਾਂ, ਉਹ ਵੀ ਜਿੱਥੇ ਲੋੜ ਹੋਏਗੀ ਆਪਾਂ 2 ਹਸਪਤਾਲ 2 ਜਗ੍ਹਾ ਤੇ 2 ਤਾਂ ਹੋਣਗੀਆਂ ਜੀ।
ਤੇ ਉਹਨਾਂ ਦਾ ਉਹਦੇ ਵਿੱਚ ਦੇਖਦੇ ਆ ਜੀ ਉਹਦੇ 'ਚ ਕੀ ਲੋੜ ਆ ਉਹਨੂੰ, ਜਾਂ ਤਾਂ ਉਹਨਾਂ ਦਾ ਸਟਾਫ ਵਧਾਵਾਂਗੇ, ਉਹਨਾਂ ਦੇ ਕਾਊਂਟਰ ਵਧਾਵਾਂਗੇ, ਜਾਂ ਕੋਈ ਹੋਰ ਆਪਾਂ ਜਿਹੜੀ ਜੇ ਆਪਾਂ ਨੂੰ ਲੱਗਿਆ ਵੀ ਬਹੁਤ ਜ਼ਿਆਦਾ ਲੋੜ ਹੈ ਉਹਦੇ 'ਚ ਰੈਸ਼ਨਲਾਈਜੇਸ਼ਨ ਕਰਕੇ ਉਹਦੇ ਨਾਲ ਲੋਕਾਂ ਨੂੰ ਇੰਪਲੋਇਮੈਂਟ ਵੀ ਮਿਲੇਗੀ, ਹੋਰ ਖੋਲ੍ਹ ਦਾਂਗੇ ਦੁਕਾਨ ਜੀ ਅਸੀਂ। ਵੱਲੋਂ ਦੇਖੋ ਸਾਡਾ ਵਿਚਾਰ ਇਹ ਆ ਵੀ ਇੱਕ ਤਾਂ NHM ਦੇ ਫੰਡ ਬੰਦ ਕਰਤੇ, ਅਸੀਂ ਉਹਨਾਂ ਦੀ ਤਨਖਾਹ ਨਹੀਂ ਬੰਦ ਹੋਣ ਦਿੱਤੀ। ਇਹ ਸਾਡੇ ਜਿਹੜੀ ਮਾਨ ਗਵਰਨਮੈਂਟ ਦੇ ਤੁਸੀਂ ਕਹਿ ਲਓ ਵੀ ਉਹਨਾਂ ਦਾ ਬੜੱਪਨ ਹੈ, ਜਾਂ ਉਹਨਾਂ ਨੇ ਆਪਣਾ ਫਰਜ਼ ਨਿਭਾ ਰਹੇ ਬਹੁਤ ਵਧੀਆ ਤਰੀਕੇ ਨਾਲ। ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਤਨਖਾਹ ਕਿਸੇ ਦੀ ਨਹੀਂ ਰੋਕਣੀ, ਜੇ ਸੈਂਟਰ ਨਹੀਂ ਦਿੰਦਾ ਕੋਈ ਗੱਲ ਨਹੀਂ, ਸਟੇਟ ਦੇ ਫੰਡਸ ਨਾਲ ਉਹ ਸਟੇਟ 'ਚੋਂ ਸਾਰੀ ਫੰਡਿੰਗ ਹੋ ਰਹੀ ਆ। ਜਿਸ ਤਰ੍ਹਾਂ ਤੁਸੀਂ ਐਜੂਕੇਸ਼ਨ ਦਾ ਜ਼ਿਕਰ ਕੀਤਾ, ਸਿੱਖਿਆ ਦਾ ਜ਼ਿਕਰ ਕੀਤਾ ਕਿ ਉੱਥੇ ਪ੍ਰੋਸੈਸ ਹੋ ਗਈ ਆ, ਸਾਡੇ ਵੀ ਕਮੇਟੀ ਬਣ ਚੁੱਕੀ ਆ, ਉਹ ਸਾਰੇ ਜਿੰਨੇ ਵੀ ਸਾਡੇ ਹੈਲਥ ਦੇ ਇੰਪਲਾਈਜ਼ ਆ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰ ਰਹੀ ਆ। ਉਹ ਜਿੱਦਾਂ ਉਹਨਾਂ ਨੂੰ ਬੈਨੀਫਿਟ ਮਿਲਿਆ ਉਸੇ ਤਰ੍ਹਾਂ ਇਹਨਾਂ ਨੂੰ ਵੀ ਬੈਨੀਫਿਟ ਆਉਣ ਵਾਲੇ ਸਮੇਂ 'ਚ ਮਿਲਣਗੇ। ਜਿਹੜੇ ਸਾਡੇ ਕਰੋਨਾ ਵਾਰੀਅਰਸ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿਸਟਮ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜਿੰਨੇ ਵੀ ਸਾਡੇ ਚਾਹੇ ਉਹ ਠੇਕਾ ਆਧਾਰਿਤ ਮੁਲਾਜ਼ਮ ਹੈ, ਰੈਗੂਲਰ ਇੰਪਲਾਈਜ਼ ਆ, ਉਹਨਾਂ ਨੂੰ ਹੋਰ ਬੈਨੀਫਿਟ ਦੇਣ